ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਫਾਨੀ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦੇ ਹੋਏ ਪੰਜ ਤੱਤਾਂ 'ਚ ਵਿਲੀਨ ਹੋ ਗਏ। ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਬਾਦਲ ਵਿਖੇ ਕੀਤਾ ਗਿਆ, ਜਿੱਥੇ ਵੱਡੀ ਗਿਣਤੀ 'ਚ ਸਿਆਸੀ ਆਗੂ, ਪਰਿਵਾਰ, ਰਿਸ਼ਤੇਦਾਰ ਅਤੇ ਆਮ ਲੋਕ ਪਹੁੰਚੇ ਹੋਏ ਸਨ। ਪਿੰਡ ਦੇ ਸ਼ਮਸ਼ਾਨ ਘਾਟ 'ਚ ਜਗ੍ਹਾ ਘੱਟ ਹੋਣ ਦੇ ਕਾਰਨ ਉਹਨਾਂ ਨੇ ਖੁਦ ਦੇ ਬਾਗ 'ਚ ਹੀ ਉਹਨਾਂ ਨੂੰ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਸਭ ਦੀਆਂ ਅੱਖਾਂ 'ਚ ਆਪਣੇ ਮਹਿਰੂਮ ਨੇਤਾ ਲਈ ਹੰਝੂਆਂ ਦਾ ਹੱਡ ਵਗ ਤੁਰਿਆ ਅਤੇ ਮਾਹੌਲ ਪੂਰੀ ਤਰੀਕੇ ਦੇ ਨਾਲ ਗਮਗੀਨ ਹੋ ਗਿਆ। ਉਹਨਾਂ ਦੇ ਬੇਟੇ ਸੁਖਬੀਰ ਬਾਦਲ ਨੂੰ ਹਰਸਿਮਰਤ ਕੌਰ ਬਾਦਲ ਅਤੇ ਪੋਤੇ ਪੋਤੀਆਂ ਬੇहद ਭਾਵੁਕ ਦਿਖਾਈ ਦਿੱਤੇ। ਅੰਤਿਮ ਸੰਸਕਾਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ਰੱਖਿਆ ਗਿਆ ਸੀ। ਮਹਿਰੂਮ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਦੇ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਪੰਜਾਬ ਦੇ ਸੀਐਮ ਭਗਵੰਤ ਮਾਨ, ਰਾਜਪਾਲ BL ਪੁਰੋਹਿਤ, J&K ਦੇ ਸਾਬਕਾ ਮੁੱਖ ਮੰਤਰੀ ਅਮਰ ਅਬਦੁੱਲਾ, NCP ਚੀਫ ਸ਼ਰਦ ਪਵਾਰ ਵੀ ਸ਼ੋਕ ਜਤਾਉਣ ਦੇ ਲਈ ਪਹੁੰਚੇ। ਅੱਜ ਸਾਰੇ ਪੰਜਾਬ 'ਚ ਸ਼ੋਕ ਦਾ ਮਾਹੌਲ ਹੈ ਤੇ ਮੈਂ ਤਾਂ ਬੜਾ ਸੁਭਾਗ ਉਹਨਾਂ ਦੇ ਨਾਲ 10 ਸਾਲ ਕੈਬਨਿਟ 'ਚ ਕੰਮ ਕਰਨ ਦਾ ਮਿਲਿਆ। ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ। ਜੋ ਉਹਨਾਂ ਦੇ ਵਿੱਚ ਗੁਣ ਸੀ ਉਹ ਵਿਰਲੇ ਹੀ ਕਿਸੇ ਬੰਦੇ 'ਚ ਮਿਲਦੇ ਨੇ ਤੇ ਮੈਂ ਸਮਝਦਾ ਅੱਜ ਦੇ ਸਿਆਸਤਦਾਨਾਂ ਨੂੰ ਉਹਨਾਂ ਦੇ ਜੀਵਨ ਤੋਂ ਅਤੇ ਉਹਨਾਂ ਦੀ ਸ਼ਖਸੀਅਤ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ। ਇੱਕ ਉਹਨਾਂ ਦਾ ਜਿਹੜਾ ਸਟੇਟ ਦੀ ਪੋਲਿਟਿਕਸ ਨੂੰ ਮੇਨ ਉਹਨਾਂ ਨੇ ਬਣਾਇਆ ਔਰ ਇਸ ਬਾਰੇ ਤੁਹਾਡੇ ਕੀ ਦੇਖੋ ਬੜਾ, ਕਿਉਂਕਿ 5-6 ਦਹਾਕੇ ਸੂਬੇ ਦੀ ਸਿਆਸਤ ਤੇ ਹਾਵੀ ਰਹਿਣਾ ਇਹ ਛੋਟੀ ਗੱਲ ਨਹੀਂ ਹੈ ਤੇ ਮੈਂ ਸਮਝਦਾ ਬਹੁਤ ਕੁਝ ਪਿੱਛੇ ਆਪਦੀ ਇੱਕ ਵਿਰਾਸਤ ਛੱਡ ਕੇ ਗਏ ਨੇ ਉਹ ਤੇ ਸੂਬੇ ਨੂੰ ਅੱਗੇ ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੌਜੂਦਾ ਸਰਕਾਰ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਵੀ ਉਹਨਾਂ ਦੇ ਜਿਸ ਤਰ੍ਹਾਂ ਦੇ ਉਹਨਾਂ ਗੁਣ ਸੀ, ਜੋ ਉਹਨਾਂ ਦੇ ਵਿੱਚ ਧੀਰਜ ਸੀ, ਜੋ ਹਲੀਮੀ ਸੀ, ਜੋ ਉਹਨਾਂ ਦੇ ਵਿੱਚ ਛੋਟੇ ਤੋਂ ਛੋਟੇ ਗਰੀਬ ਤੋਂ ਗਰੀਬ ਵਿਅਕਤੀ ਤੱਕ ਉਹਨਾਂ ਦੀ ਜਿਹੜੀ ਨਬਜ਼ ਨੂੰ ਉਹ ਸਮਝਦੇ ਸੀ ਅਤੇ ਹਰ ਡਿਸਪਲਿਨ ਦੇ ਪਾਬੰਦ ਸੀ, ਪੰਜਾਬ ਦਾ ਦਰਦ ਰੱਖਦੇ ਸੀ। ਉਹ ਸਾਰੀਆਂ ਗੱਲਾਂ ਅੱਜ ਦੇ ਯੁੱਗ ਦੇ ਸਾਨੂੰ ਸਾਰਿਆਂ ਨੂੰ ਉਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇੱਕ ਬਹੁਤ ਵੱਡਾ ਸਿਆਸਤਦਾਨ ਜਿਹੜੇ ਕਿ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਔਰ ਦੇਸ਼ ਦੇ ਵਿੱਚ ਵੀ ਜਿਹੜੀ ਖੇਤਰੀ ਪਾਰਟੀਆਂ ਨੂੰ ਪ੍ਰੋਮੀਨੈਂਸ ਦਿਵਾਉਣ ਦੇ ਵਿੱਚ ਯਤਨਸ਼ੀਲ ਰਹੇ। ਬਾਕੀ ਆਪਣੀ ਤਰਬੀਅਤ, ਆਪਣੀ ਸਿੱਖਿਆ, ਆਪਣਾ ਧਰਮ ਇਹ ਕਹਿੰਦਾ ਵੀ ਜਦੋਂ ਕਿਸੇ ਇਨਸਾਨ ਦੀ ਅੰਤਿਮ ਰਸਮਾਂ ਹੁੰਦੀਆਂ ਉਹਦੇ ਸ਼ਾਮਲ ਹੋਣਾ ਚਾਹੀਦਾ ਔਰ ਉਹਦੇ ਜਿਹੜੇ ਗੁਣ ਹੁੰਦੇ ਆ ਉਹਨਾਂ ਨੂੰ चितारना चाहिए। देश के किसान की एक बहुत बड़ी शक्ति हुई और बादल साहब ने सारी उम्र पंजाब के हित के लिए, देश के हित के लिए, किसान के हितों के लिए अपनी राजनीति करी और राजनीतिक तौर पे इन्होंने हमेशा किसान को बहुत बड़ी ताकत दी, पंजाब को बहुत बड़ी ताकत दी। आज पूरे देश का किसान और पूरा पंजाब आज बादल साहब के जाने से दुखी है। परमात्मा उनको अपने चरणों में स्थान दे और बादल साहब के बाद सुखबीर जी भी उन्हीं की रवायत को आगे चलाएं। कोई ऐसा किस्सा जो शेयर करना चाहे या कोई उनकी शख्सियत से कोई ऐसा किस्सा शेयर करना इंस्पायर की हो? कोई एक किस्सा नहीं है, हम तो परिवार के सदस्य हैं। हमारे परिवार में तो मान के चलो कि हर कोई दुख सुख जिस भी तरह के रहे, बहुत ऐसे ऐसे समय निकले जो आप सोच भी नहीं सकते। बादल साहब जेल में थे, बादल साहब की बेटी की शादी थी और चौधरी देवीलाल जो है उन्होंने सारी रस्में जो एक बाप की होती है बेटी के लिए वो सारी निभाई। मेरी सिस्टर की शादी थी, चौटाला साहब और चौधरी देवीलाल दोनों जेल में थे। बादल साहब ने सारे जो रिश्ते होते हैं, जो उस वक़्त की रस्में होती है, वो सारी निभाने का काम किया। हमारे तो रोजाना कोई ना कोई इस तरह की चीज़ें रही है एक दूसरे के साथ, जो अपने आप में बहुत बड़ी याद बन करके रही। ये एक एरा पॉलिटिक्स का सरदार प्रकाश सिंह बादल जी के साथ आज समाप्त। कोई किस्सा सर बताना चाहेंगे जिस तरह से फार्म हाउस पर भी आते रहते थे? मैं तो ये बोलता हूँ कि हमारे परिवार के मुखिया थे और हमें आज बहुत में पहुंचे तो कैसा था सारा कुछ? ਅਕਾਲ ਚਲਾਣੇ ਦੇ ਨਾਲ
ਇੱਕ ਯੁੱਗ ਦਾ ਅੰਤ ਹੈ ਜਿਹੜਾ ਉਹ ਹੋ ਗਿਆ। ਤਕਰੀਬਨ 70 ਸਾਲਾਂ ਦਾ ਰਾਜਨੀਤਿਕ ਸਫ਼ਰ ਜ਼ੀਰੋ ਤੋਂ ਸਕ੍ਰੈਚ ਤੋਂ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕਰਕੇ 5 ਵਾਰ ਦੇ ਮੁੱਖ ਮੰਤਰੀ ਪੰਜਾਬ ਦੇ ਬਣ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਹੈਗੀ। ਇਹ ਉਹਦੀ ਬੰਦਾ ਪ੍ਰਾਪਤ ਕਰ ਸਕਦਾ ਹੈ, ਇੱਥੇ ਤੱਕ ਤਾਂ ਹੀ ਪਹੁੰਚ ਸਕਦਾ ਹੈ ਜੇ ਕੋਈ ਖੂਬੀ ਹੋਵੇ। ਔਰ ਮੈਂ ਸਮਝਦਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਵਿੱਚ ਉਹਨਾਂ ਦੇ ਜ਼ਿੰਦਗੀ ਤੋਂ ਬਹੁਤ ਕੁਛ ਹੈ ਜਿਹੜਾ ਸਾਡੇ ਵਰਗੇ ਲੋਕਾਂ ਨੂੰ, ਮੇਰੇ ਵਰਗੇ ਹਜ਼ਾਰਾਂ ਲੋਕਾਂ ਨੂੰ ਅੱਜ ਸਿੱਖਣ ਦੀ, ਨਵੀਂ ਪੀੜ੍ਹੀ ਨੂੰ ਸਿੱਖਣ ਦੀ ਲੋੜ ਹੈ। ਔਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹਲੀਮੀ, ਜਿਸ ਜਿੰਨੇ ਮਰਜ਼ੀ ਵੱਡੇ ਉਹਦੇ ਤੇ ਪਹੁੰਚੇ, ਜਿਸ ਨਰਮਾਈ ਦੇ ਨਾਲ ਔਰ ਜਿਸ ਗਰਮਜੋਸ਼ੀ ਦੇ ਨਾਲ ਉਹਨਾਂ ਦੇ ਵਿੱਚ ਇੱਕ ਖਾਸੀਅਤ ਸੀ ਕਿ ਆਪਦੇ ਵਿਰੋਧੀ ਨੂੰ ਵੀ ਗਲੇ ਨਾਲ ਲਾਉਂਦੇ ਸੀਗੇ। ਮੈਂ ਸਮਝਦਾ ਕਿ ਅੱਜ ਸਿੱਖਣ ਦੀ ਲੋੜ ਹੈ। ਅੱਜ ਜਿਸ ਤਰੀਕੇ ਦੀ ਗਿਰਾਵਟ ਦੇਸ਼ ਦੀ ਰਾਜਨੀਤੀ ਦੇ ਵਿੱਚ ਆ ਚੁੱਕੀ ਹੈ ਉਹ ਤਾਂ ਹੀ ਖਤਮ ਹੋ ਸਕਦੀ ਹੈ, ਤਾਂ ही उस मोड़ा पै सकता है जो ਇਹੋ ਜਿਹੇ ਕਦਾਵਰ ਮਾਨਸਿਕਤਾ ਤੋਂ ਆਪਾਂ ਕੁਝ ਸਿੱਖੀਏ। बादल साहब आज हम सब के बीच में नहीं रहे। ये सारे समाज, सारे देश और प्रदेशवासियों के लिए एक बहुत ही दुख भरी खबर है। उनका व्यक्तित्व हम सबको बहुत ही प्रभावित करता था। बादल साहब एक नेता नहीं थे, एक स्टेट्समैन थे और स्टेट्समैन के साथ साथ समाज में सुख शांति, अमन चैन, सब भाईचारे के साथ रहें, इसके लिए उन्होंने अपना सारा जीवन लगाया और समाज में सौहार्द का वातावरण बने, सभी लोग ठीक से रहें, इसके लिए वो हमेशा लगे रहे। गरीबों की चिंता करना, समाज के अंतिम पायदान पर खड़े व्यक्ति की चिंता करना और हमारे किसान भाइयों की चिंता करना, ये उनके स्वभाव में विशेष रूप में हम सबको देखने को मिला। मेरे उनसे बहुत व्यक्तिगत संबंध थे। मैं कह सकता हूं कि वो मुझे बहुत प्यार करते थे और उनसे हम सब लोगों को बहुत कुछ सीखने को मिला। उनका जाना एक तरीके से एक युग की समाप्ति है। मैं अपनी पार्टी की ओर से और भारतीय जनता पार्टी के करोड़ों कार्यकर्ताओं की ओर से ईश्वर से प्रार्थना करता हूं कि ईश्वर उनको अपने चरणों में स्थान दे और उनकी आत्मा को शांति मिले और परिवार को इस दुख को सहने की और हम सबको इस दुख को सहने की ताकत दे। और हम सब लोग सच्ची श्रद्धांजलि यही होगी, जो शख्सियत उन्होंने पाई और वह शख्सियत के साथ जो विनम्रता उनमें थी, वो हम सब लोगों को समझने जैसा है, सीखने जैसा है। और उनकी बहुत से राजनीतिक जीवन में छोटी छोटी बातों से व्यक्तित्व में क्या बदलाव करना चाहिए, इसकी प्रेरणा मिलती है। मैं पुनः ईश्वर से प्रार्थना करता हूं कि उनको अपने चरणों में स्थान दे और उनकी आत्मा को शांति। उनके साथ बिताए पलों की कोई याद साझी करनी बहुत सी याद है। मैं इसी घर में आया था और मेरे बेटे का पानी ग्रहण समारोह था, शादी थी। वो तबीयत से ठीक नहीं थे, लेकिन फिर भी उनकी इच्छा थी कि वो पहुंचे और उन्होंने मुझे फ़ोन किया कि शरीर मुझे अलाउ नहीं करता, लेकिन मेरा आशीर्वाद है। ऐसे व्यक्तिगत रूप में हम सब जानते हैं। एक हमारे कार्यकर्ता थे, नेता थे, अश्विनी जी, वह बीमार थे और मैं पार्टी का जनरल सेक्रेटरी था। उनका फ़ोन आया मुझे, वो मुख्यमंत्री थे, कि मैं दिल्ली आया हूँ। वो उनके साथ इमरजेंसी में जेल में रहे थे अश्विनी जी। तो उनका फ़ोन आया मुझे कि मैं अश्विनी जी से मिलना चाहता हूँ, इसकी व्यवस्था करो। और मुझे याद है वो पार्टी कार्यालय में आए, उन्होंने अश्विनी जी के साथ कोई आधा घंटा बिताया, चाय पी, पुरानी यादों को ताज़ा किया। ऐसा मर्म, ऐसा व्यक्तिगत संबंध उनका जो कोई उनके ज़िंदगी में आया उनके साथ उनका था। इसलिए मैं फिर से कहूँगा, उनसे सीखने के लिए बहुत कुछ है और हम सब लोग उनसे सीखते हैं। तो यही 95 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਰਾਤ ਨੂੰ ਮੋਹਾਲੀ ਦੇ ਵਿੱਚ ਦੇਹਾਂਤ ਹੋ ਗਿਆ ਸੀ। ਉਹ ਪੰਜਾਬ ਦੇ 5 ਵਾਰ ਸੀਐਮ ਰਹੇ। ਉੱਥੋਂ ਲੰਬੀ ਵਿਧਾਨ ਸਭਾ ਸੀਟ ਤੋਂ ਲਗਾਤਾਰ 10 ਵਾਰ ਉਹਨਾਂ ਨੇ ਚੋਣਾਂ ਜਿੱਤੀਆਂ। ਹਰਿਆਣਾ ਦੇ INLD ਨੇਤਾ ਅਭੈ ਚੌਟਾਲਾ, ਕੇਂਦਰੀ ਮੰਤਰੀ ਸੋਮਨਾਥ,
ਸਾਬਕਾ ਸਿਹਤ ਮੰਤਰੀ ਸੁਰਜੀਤ ਜਾਨੀ, ਕਾਂਗਰਸੀ ਆਗੂ ਅਤੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਵੀ ਬਾਦਲ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, SGPC ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪਾਰਥਿਵ ਦੇਹ ਨੂੰ ਪ੍ਰਣਾਮ ਕੀਤਾ। ਉੱਥੇ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਵੀ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਦੁੱਖ ਜ਼ਾਹਿਰ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਲੱਖਾਂ ਦੀ ਤਾਦਾਦ ਦੇ ਵਿੱਚ ਲੋਕੀ ਉੱਥੇ ਪਹੁੰਚੇ, ਜਿਸ ਤੋਂ ਇਹ ਪਤਾ ਲੱਗਿਆ ਕਿ ਆਖਿਰ ਉਹ ਕਿੰਨੇ ਵੱਡੇ ਤੇ ਦਿੱਗਜ ਆਗੂ ਸੀ। ਜਿੱਥੇ ਲੋਕਾਂ ਵੱਲੋਂ ਲਗਾਤਾਰ ਇੱਕ ਹੀ ਨਾਰਾ ਦਿੱਤਾ ਜਾ ਰਿਹਾ ਸੀ, ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ, ਅਤੇ ਸਾਰਾ ਪਰਿਵਾਰ ਹੱਥ ਜੋੜੇ ਖੜਿਆ ਸੀ। ਪੂਰਾ ਪਰਿਵਾਰ ਭਾਵੁਕ ਨਜ਼ਰ ਆਇਆ। ਉੱਥੇ VIP ਪਹੁੰਚਣ ਦੇ ਕਾਰਨ ਸਿਕਿਉਰਿਟੀ ਵੀ ਕਾਫੀ ਜ਼ਿਆਦਾ ਟਾਈਟ ਸੀ, ਲੇਕਿਨ ਫਿਰ ਵੀ ਲਗਾਤਾਰ ਲੋਕੀ ਉੱਥੇ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਸੀ ਤੇ ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਵੀ ਕਰ ਰਹੇ ਸੀ। ਪ੍ਰਕਾਸ਼ ਸਿੰਘ ਬਾਦਲ ਇੱਕ ਉਦਾਹਰਨ ਹੈ ਕਿ ਇੱਕ ਆਗੂ ਨੂੰ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ, ਜਿਹੜਾ ਕਿ ਜਨਤਾ ਦੇ ਲਈ ਹੀ ਜੀਆ ਤੇ ਜਨਤਾ ਦੇ ਵਿੱਚ ਹੀ ਵਿਲੀਨ ਹੋ ਗਿਆ।